ਸੋ ਅੱਜ ਆਪਾਂ ਬੜਾ ਹੀ ਇੱਕ ਸੁੰਦਰ ਜਿਹਾ ਪ੍ਰਕਰਨ ਸਤਿਗੁਰਾਂ ਦੀ ਬਾਣੀ ਚੋਂ ਲੈਣਾ ਹੈ, ਕਿਉਂਕਿ ਪੂਰੀ ਬਾਣੀ ਵਿੱਚ ਕਰਮ ਸਿਧਾਂਤ ਤੇ ਬੜਾ ਜ਼ੋਰ ਦਿੱਤਾ ਹੈ ਕਿ ਇਹ ਇਨਸਾਨ ਆਪਣੇ ਕਰਮਾਂ ਨੂੰ ਦੇਖ, ਤੂੰ ਕੀ ਕਰ ਰਿਹਾ ਹੈ, ਕਿਸ ਵਜ੍ਹਾ ਕਰਕੇ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਇਸ ਤੇ ਥੋੜਾ ਜਿਹਾ ਧਿਆਨ ਦੇ। क्योंकि कबीर साहब कहते हैं कि अपने कर्म की गत मैं क्या जानूं, मैं क्या जानूं बाबा रे। मैं अपने कर्मां की गति नूं, जो कर्म मैं कर रहा हाँ, इन्हां दा की नतीजा है, की फल है, इस चीज़ नूं मैं नहीं जानता, मैं नहीं समझ सकता। तो सतगुरां दी बाणी दा एक शब्द है कि दद्दै दोष ना देओ किसै, दोष कर्मा अपनिया, जो मैं किया सो मैं पाया, दोष न दीजै अवर जना। आओ आप शब्द उच्चारण करके सतगुरां दी बाणी दी व्याख्या आप जी नाल सांझी करिए। दद्दै दोष ना देऊं किसै, दोष कर्म अपनिया, दद्दै दोष ना देऊं किसै, दोष कर्म अपनिया, दद्दै दोष ना देऊं किसै, दोष कर्म अपनिया, जो मैं किया सो मैं पाया, जो मैं किया सो मैं पाया, जो मैं किया सो मैं पाया, दोष न दीजै अवर जना, दद्दै दोष न देऊं किसै, दोष कर्म अपनिया, दद्दै दोष न देऊं किसै, दोष कर्म अपनिया। तद्दै तार कला जिन छोड़ी, हर चीज जिन रंग किया, हर चीज जिन रंग किया, तद्दै तार कला जिन छोड़ी, हर चीज जिन रंग किया, हर चीज जिन रंग किया, तिस दा दिया सबनी लिया, करमी करमी हुक्म पया, करमी करमी हुक्म पया, जो मैं किया सो मैं पाया, जो मैं किया सो मैं पाया, जो मैं किया सो मैं पाया, दोष न दीजै अवर जना, दद्दै दोष न देऊं किसै, दोष कर्म अपनिया, दद्दै दोष न देऊं किसै, दोष कर्म अपनिया, जो मैं किया सो मैं पाया, जो मैं किया
ਜਪ ਲਓ। ਸੋ ਮੈਂ ਪਾਇਆ। ਹਾਂ ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨ ਦੀਜੈ ਅਵਰਜਣਾ ਦੱਤੈ, ਦੋਸ਼ ਨ ਦੇਉ ਕਿਸੈ। ਦੋਸ਼ ਕਰਮ ਆਪਣਿਆ ਦੱਤੈ, ਦੋਸ਼ ਨ ਦੇਉ ਕਿਸੈ। ਦੋਸ਼ ਕਰਮ ਆਪਣਿਆ। ਤਦੈ ਦੋਸ਼ ਨ ਦੇਉ ਕਿਸੈ, ਦੋਸ਼ ਕਰਮਾ ਆਪਣੇ। ਕਿਸੇ ਨੂੰ ਕਿਉਂ ਦੋਸ਼ ਦਿੰਦਾ ਹੈ? ਜਿਹੋ ਜਿਹਾ ਕਰਮ ਕਰ ਰਹੇ ਹਾਂ ਤੈਹੋ ਜਿਹਾ ਫਲ ਪਾ ਰਹੇ ਹਾਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨ। ਸਤ ਸੰਗੀਓ, ਬਾਣੀ ਦੇ ਵਿੱਚ ਕਰਮ ਤੇ ਬੜਾ ਜ਼ੋਰ ਹੈ ਕਿ ਇਨਸਾਨ ਦੇ ਕਰਮ ਸ਼ੁੱਧ ਹੋਣੇ ਚਾਹੀਦੇ ਨੇ, ਚੰਗੇ ਹੋਣੇ ਚਾਹੀਦੇ ਨੇ। ਪਰ ਇੱਕ ਪਾਸੇ ਸਤਿਗੁਰ ਆਖਦੇ ਨੇ ਕਿ ਕਰੇ ਕਰਾਏ ਆਪੇ ਆਪ, ਮਾਨਸ ਕੇ ਕਿਛ ਨਾਹੀ ਹਾਥ। ਵੇ ਕਰਨ ਕਰਾਉਣ ਵਾਲਾ ਉਹ ਇੱਕ ਪਰਿਪੂਰਨ ਪਰਮਾਤਮਾ ਹੈ, ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੈ। ਹੁਣ ਜੇਕਰ ਇਸ ਗੱਲ ਨੂੰ ਆਪਾਂ ਦੇਖੀਏ, ਦਰਅਸਲ ਇਸ ਪੰਕਤੀ ਨੂੰ, ਇਸ ਗੱਲ ਨੂੰ ਅਸੀਂ ਬੜੇ ਗਲਤ ਤਰੀਕੇ ਨਾਲ ਸਮਝ ਲਿਆ। ਨੂੰ ਸਮਝੀਏ ਜਿਵੇਂ ਸਤਿਗੁਰ ਆਖਦੇ ਨੇ ਕਿ ਕਰੇ ਕਰਾਏ ਆਪੇ ਆਪ, ਮਾਨਸ ਕੇ ਕਿਛ ਨਾਹੀ ਹਾਥ। ਅਸਲ ਵਿੱਚ ਇਸ ਸਿਧਾਂਤ ਨੂੰ ਇਨਸਾਨ ਨੇ ਸਮਝਿਆ ਨਹੀਂ। ਹੁਣ ਕੋਈ ਵਿਚਾਰਕ ਹੋਵੇ, ਕੋਈ ਤਰਕਵਾਨ ਬੁੱਧੀ ਵਾਲਾ ਇਨਸਾਨ ਹੋਵੇ, ਉਹ ਇਹ ਸਵਾਲ ਕਰ ਸਕਦਾ ਹੈ ਵਾਪਸ ਵੀ ਜੇਕਰ ਕਰੇ ਕਰਾਏ ਆਪੇ ਆਪ, ਵੀ ਕਰਾਉਂਦਾ ਹੀ ਪਰਮਾਤਮਾ ਹੈ, ਤਾਂ ਫਿਰ ਕੋਈ ਅਤਿਆਚਾਰ ਕਰ ਰਿਹਾ, ਕੋਈ ਜ਼ੁਲਮ ਕਰ ਰਿਹਾ, ਕੋਈ ਭਲਾ ਕਰ ਰਿਹਾ ਹੈ, ਕੋਈ ਦੁਰਾਚਾਰ ਕਰ ਰਿਹਾ ਹੈ, ਇਹ ਪਰਮਾਤਮਾ ਹੀ ਕਰਾ ਰਿਹਾ ਹੈ। ਇਹਦੇ ਵਿੱਚ ਗਲਤ ਕੀ ਹੈ? ਜਦੋਂ ਉਹ ਠੀਕ ਕਰਾਵੇਗਾ ਉਦੋਂ ਠੀਕ ਕਰਮ ਕਰ ਦਿਆਂਗੇ। ਇਹ ਸਵਾਲ ਬਹੁਤ ਵੱਡਾ ਇੱਕ ਸਵਾਲ ਹੈ, ਕਿਉਂਕਿ ਅਸੀਂ ਇਸ ਪੰਕਤੀ ਨੂੰ ਅੱਜ ਤੱਕ ਸਮਝਿਆ ਹੀ ਨਹੀਂ। ਕੱਲੀ ਇਹ ਪੰਕਤੀ ਨਹੀਂ, ਹੋਰ ਬਹੁਤ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਜਿੱਥੇ ਪਤਾ ਲੱਗਦਾ ਹੈ ਕਿ ਉਹਦੇ ਹੁਕਮ ਵਿੱਚ ਇਹ ਸਾਰਾ ਕੁਝ ਉਹੀ ਕਰਾ ਰਿਹਾ ਹੈ। ਫਿਰ ਜੇਕਰ ਉਹਦੇ ਹੁਕਮ ਵਿੱਚ ਹੈ ਸਾਰਾ ਕੁਝ, ਤਾਂ ਫਿਰ ਇੰਨੇ ਅਵਤਾਰਾਂ ਨੂੰ ਆਉਣ ਦੀ ਲੋੜ ਕੀ ਸੀ? ਐਡੇ ਐਡੇ ਗ੍ਰੰਥ ਰਚਣ ਦੀ ਲੋੜ ਕੀ ਸੀ? ਫਿਰ ਅਵਤਾਰਾਂ ਨੂੰ ਇਸ ਗੱਲ ਤੇ ਜ਼ੋਰ ਦੇਣ ਦੀ ਕੀ ਲੋੜ ਪਈ ਕਿ ਇਹ ਇਨਸਾਨ ਆਪਣੇ ਕਰਮ ਸਹੀ ਕਰ? ਜੇਕਰ ਕਰਮ ਕਰਾਉਂਦਾ ਹੀ ਪਰਮਾਤਮਾ ਹੈ ਤਾਂ ਫਿਰ ਇਹਦੇ ਵਿੱਚ ਉਪਦੇਸ਼ ਦੇਣ ਦੀ ਤਾਂ ਲੋੜ ਹੀ ਨਹੀਂ ਕਿ ਕਰਮ ਸਹੀ ਕਰ। ਇਸ ਸਵਾਲ ਤੋਂ ਪਤਾ ਲੱਗ ਜਾਂਦਾ ਕਿ ਆਪਾਂ ਇਸ ਗੱਲ ਨੂੰ, ਭੇਦ ਨੂੰ ਸਮਝੇ ਨਹੀਂ। ਅੱਜ ਆਪਾਂ ਉੱਪਰ ਦੀ ਗੱਲ ਨਹੀਂ ਲੈਂਦੇ, ਥੋੜਾ ਜਿਹਾ ਡੀਪਲੀ ਗਹਿਰਾਈ ਵਿੱਚ ਜਾਈਏ। ਦੇਖੋ, ਜਿਹੜੀ ਪਸ਼ੂ ਜੋਨ ਹੈ ਜਾਂ ਜੀਵ ਜੰਤੂਆਂ ਦੀ ਜੋ ਜੋਨ ਹੈ, ਉਹ ਭੋਗ ਜੂਨੀ ਹੈ। ਉਹ ਸਿਰਫ ਭੋਗਣ ਆਉਂਦੇ ਨੇ, ਉਹ ਕਰਮ ਜੂਨੀ ਨਹੀਂ ਹੈ। ਜਿਹੜੀ ਇਨਸਾਨ ਜੂਨੀ ਹੈ, ਇਹ ਕਰਮ ਜੂਨੀ ਹੈ। ਇਹ ਜਿੱਥੇ ਭੋਗਦਾ ਹੈ, ਇਹ ਕੁਝ ਕਰਨ ਵੀ ਆਇਆ ਹੈ, ਇਹ ਕੁਝ ਨਵੀਂ ਚੀਜ਼ ਪੈਦਾ ਕਰਨ ਵੀ ਆਇਆ ਹੈ। ਜਿਹੜੇ ਨਿਯਮ ਉਸ ਕੁਦਰਤ ਦੇ, ਉਸ ਪਰਿਪੂਰਨ ਪਰਮਾਤਮਾ ਦੇ, ਕਈ ਇਹੋ ਜਿਹੇ ਨਿਯਮ ਨੇ ਜੋ ਪਸ਼ੂਆਂ ਤੇ ਲਾਗੂ ਹੁੰਦੇ ਨੇ ਪਰ ਇਨਸਾਨ ਤੇ ਨਹੀਂ, ਜਾਂ ਫਿਰ ਜੋ ਇਨਸਾਨ ਤੇ ਲਾਗੂ ਹੁੰਦੇ ਨੇ ਉਹ ਪਸ਼ੂਆਂ ਤੇ ਨਹੀਂ ਲਾਗੂ ਹੁੰਦੇ। ਜਿਸ ਤਰ੍ਹਾਂ ਦੇਖੋ, ਪਰਿਪੂਰਨ ਪਰਮਾਤਮਾ ਨੇ ਇਨਸਾਨ ਨੂੰ ਸਭ ਤੋਂ ਉੱਚਮ ਦਰਜਾ ਦਿੱਤਾ ਹੈ ਕਿ ਜੋ ਇਨਸਾਨ ਜੋਨੀ ਹੈ, ਇਹ ਸਭ ਤੋਂ ਉੱਤਮ ਹੈ। ਇਹ ਤੋਂ ਵੱਡਾ, ਇਹ ਤੋਂ ਮਹਾਨ
उस परमात्मा ने कुछ नहीं बनाया इंसान तो ऊपर। एक इंसान ही है ਜਿਹੜਾ ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਵੇ ਤਾਂ ਉਸ ਅਕਾਲ ਪੁਰਖ ਦਾ, ਉਸ ਪਰਿਪੂਰਨ ਪਰਮਾਤਮਾ ਦਾ ਰੂਪ ਹੋ ਸਕਦਾ। ਜੇਕਰ ਇਨਸਾਨ ਦੀ ਸ਼ਕਤੀ ਉਤਾਂ ਉੱਠੇ ਤਾਂ ਇਹ ਰਾਮ ਦਾ ਰੂਪ ਹੋ ਸਕਦਾ ਹੈ। ਜੇਕਰ ਇਨਸਾਨ ਮੁਰਸ਼ਦ ਹੋ ਜਾਏ, ਪਿਛਾਂ ਨੂੰ ਮੁੜ ਜਾਏ ਤਾਂ ਇਹ ਪਸ਼ੂ ਬਿਰਤੀ ਵਾਲਾ ਬਣ ਸਕਦਾ ਹੈ। ਜਿਹੜੀ ਮਹਾਨ ਜੋਨੀ ਹੈ ਇਨਸਾਨ ਦੀ ਹੈ, ਇਨਸਾਨ ਨੂੰ परमात्मा ने मानो एक एग्जाम्पल के तौर पर पैदा करके एक चौरस्ते विच खड़ा कर दिता। उदाहरण दे रहा मैं, चौरस्ते विच खड़ा करके इन्ना अधिकार, इन्नी खुल, इन्नी आज़ादी उस परिपूर्ण परमात्मा ने इंसान नूं दे दी कि इस चौरस्ते विचों तेरा मन करे तू अगे जा सकदा है, तेरा मन करे तू पिछे जा सकदा है, तू सज्जे जा सकदा है, तू खब्बे जा सकदा है। इन्नी आज़ादी इंसान के हथ विच उस परिपूर्ण परमात्मा ने दे दी। हुण ये आज़ादी भी उसकी दिती है कि असी अगे जा सकते हैं, पिछे जा सकते हैं, चंगा कर सकते हैं, माड़ा कर सकते हैं, भला कर सकते हैं, बुरा कर सकते हैं। ये आज़ादी भी उस परिपूर्ण परमात्मा की दिती हुई करके इसलिए संतां ने कह दिता कि इंसान के हथ विच कुछ नहीं है, वो करन कराउण वाला आपे ही है। इंसान नूं उम्मीद करदा कि गल समझ आएगी। इंसान नूं पैदा कीता, पैदा करके इनू इन्नी क छूट दे दी कि तेरे कोल बुद्ध है, तेरे कोल अकल है, तेरे कोल सोचण दी शक्ति है। इस सोच दे नाल तू अपना चंगा भी कर सकदा है, बुरा भी कर सकदा है। पर यह भी छूट उस परिपूर्ण परमात्मा की दिती करके संतां ने यह गल कह दी कि इंसान के हथ वस विच कुछ नहीं है। इसलिए सतगुरां दी बाणी आखदी है कि अपने कर्मां नूं शुद्ध करन ते जोर दे। आओ आपां शब्द संपूर्ण करके फिर बाणी दी विचार करते हैं। दद्दै दोष ना देऊं किसै, दोष कर्म अपणिया। दद्दै दोष ना देऊं किसै, दोष कर्म अपणिया। जो मैं किया सो मैं पाया, जो मैं किया सो मैं पाया, जो मैं किया सो मैं पाया। दोष न दीजै अवर जना, दद्दै दोष न देऊं किसै, दोष कर्म अपणिया। दद्दै दोष न देऊं किसै, दोष कर्म अपणिया। नन्ने नाम भोग नित भोगै, ना डीठा ना संभलिया, ना डीठा ना संभलिया। गल्ली हो सुहागण पैणे, कंत ना कब हूँ मैं मिलिया, कंत ना कब हूँ मैं मिलिया। गल्ली हो सुहागण पैणे, कंत ना कब हूँ मैं मिलिया, कंत ना कब हूँ मैं मिलिया। जो मैं किया सो मैं पाया, जो मैं किया सो मैं पाया, जो मैं किया सो मैं पाया। दोष न दीजै अवर जना, दद्दै दोष न देऊं किसै, दोष कर्म अपणिया।
ਦੱਬੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮ ਆਪਣਿਆ, ਦੋਸ਼ ਕਰਮ ਆਪਣਿਆ, ਦੋਸ਼ ਕਰਮ ਆਪਣਿਆ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮ ਆਪਣਿਆ। ਨੰਨੇ ਨਾਹ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ, ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਕਿੰਨੀ ਪਿਆਰੀ ਪੰਕਤੀ ਸਤਿਗੁਰਾਂ ਨੇ, ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਕਿ ਮੈਂ ਤਾਂ ਸਿਰਫ ਗੱਲੀ ਬਾਤੀ ਹੀ ਸੁਹਾਗਣ ਹਾਂ, ਕੰਤ ਮੇਰਾ ਪਤੀ ਮੇਰਾ ਪਰਮੇਸ਼ਰ ਤਾਂ ਅੱਜ ਤੱਕ ਮੈਨੂੰ ਮਿਲਿਆ ਹੀ ਨਹੀਂ, ਮਿਲਾਪ ਤਾਂ ਹੋਇਆ ਹੀ ਨਹੀਂ। ਕਿਉਂ? ਕਿਉਂਕਿ ਕੀਤੇ ਹੋਏ ਕਰਮਾਂ ਨੇ ਇੰਨਾ ਦੂਰ ਕਰ ਦਿੱਤਾ ਕੰਤ ਤੋਂ, ਸੁਆਮੀ ਤੋਂ, ਪਤੀ ਤੋਂ, ਇਸ ਜੀਵ ਰੂਪ ਇਸਤਰੀ ਨੂੰ, ਇਨਸਾਨ ਨੂੰ, ਕਿ ਕੰਤ ਦਾ ਮਿਲਾਪ ਨਹੀਂ ਹੋ ਰਿਹਾ। ਕਈ ਵਾਰ ਇਨਸਾਨ ਆਖਦਾ ਹੈ ਕਿ ਮੈਂ ਇੰਨਾ ਦੁਖੀ ਕਿਉਂ ਹਾਂ, ਮੈਂ ਕੁਝ ਮਾੜਾ ਨਹੀਂ ਕੀਤਾ, ਕੋਈ ਮਾੜਾ ਕਰਮ ਨਹੀਂ ਕੀਤਾ, ਪਰ ਮੇਰੇ ਜ਼ਿੰਦਗੀ ਵਿੱਚ ਇੰਨੇ ਦੁੱਖ ਕਿਉਂ ਨੇ। ਕੀਤਾ ਸਾਡਾ ਆਪਣਾ ਹੀ ਹੁੰਦਾ ਹੈ, ਪਰ ਇਨਸਾਨ ਭੁੱਲ ਜਾਂਦਾ ਹੈ ਕਿ ਮੈਂ ਇਹ ਬੀਜ ਕਦੋਂ ਬੋਇਆ ਸੀ, ਮੈਂ ਇਹ ਕਰਮ ਕਦੋਂ ਕੀਤਾ ਸੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਈ ਬੀਜ ਇਹੋ ਜਿਹੇ ਹੁੰਦੇ ਨੇ, ਆਪਾਂ ਸਵੇਰੇ ਉਹਨਾਂ ਨੂੰ ਬੋਇਆ, ਉਹ ਸ਼ਾਮ ਨੂੰ ਫਲ ਦੇ ਦਿੰਦੇ ਨੇ, ਫੁੱਲ ਦੇ ਦਿੰਦੇ ਨੇ। ਕਈ ਇਹੋ ਜਿਹੇ ਬੀਜ ਹੁੰਦੇ ਨੇ, ਆਪਾਂ ਅੱਜ ਬੋਈਏ, ਉਹ 6 ਮਹੀਨਿਆਂ ਬਾਅਦ ਆਪਣਾ ਫਲ ਦਿੰਦੇ ਨੇ। ਕਈ ਇਹੋ ਜਿਹੇ ਵੀ ਬੀਜ ਹੁੰਦੇ ਨੇ, ਇਮਲੀ ਦਾ ਕਹਿੰਦੇ ਇਹੋ ਜਿਹਾ ਦਰਖਤ ਹੈ, ਅੱਜ ਬੋਇਆ 30-35 ਸਾਲ ਬਾਅਦ ਉਹ ਫਲ ਦਿੰਦਾ ਹੈ। ਇਸੇ ਤਰ੍ਹਾਂ ਕਈ ਕਰਮ ਅਸੀਂ ਇੰਨੇ ਗਹਿਰੇ ਕਰ ਦਿੰਦੇ ਹਾਂ, ਅੱਜ ਅਸੀਂ ਕਰਮ ਕੀਤਾ, ਪਰ ਉਹਦਾ ਫਲ ਮਿਲਣ ਤੱਕ ਜੋ ਵਿਚਲਾ ਗੈਪ ਹੁੰਦਾ ਹੈ, ਜੋ ਸਮਾਂ ਹੁੰਦਾ ਹੈ, ਉਹ ਸਾਨੂੰ ਭੁਲਾ ਦਿੰਦਾ ਹੈ ਕਿ ਇਹ ਕਰਮ ਮੈਂ ਕਦੋਂ ਕੀਤਾ ਸੀ, ਇਹ ਮੈਨੂੰ ਕਿਸ ਕਰਮ ਦੀ ਸਜ਼ਾ, ਕਿਸ ਕਰਮ ਦਾ ਫਲ ਮਿਲ ਰਿਹਾ ਹੈ। ਉਹ ਇਨਸਾਨ ਭੁੱਲ ਜਾਂਦਾ ਹੈ ਕਿ ਇਹੋ ਜਿਹੇ ਕਰਮ ਨੇ ਅਸੀਂ ਸਵੇਰੇ ਕੀਤੇ, ਸ਼ਾਮ ਨੂੰ ਸਾਡੇ ਅੱਗੇ ਆ ਜਾਂਦੇ ਨੇ। ਇੱਕ ਛੋਟੀ ਜਿਹੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਦੇ ਵਿੱਚੋਂ ਮੈਂ ਗੱਲ ਸੁਣਾਵਾਂ, ਫਿਰ ਅੱਗੇ ਚੱਲੀਏ। ਕਿ ਕਈ ਵਾਰ ਕਰਮਾਂ ਦਾ ਉਸੇ ਵੇਲੇ ਕਿਸ ਤਰ੍ਹਾਂ ਰਿਜ਼ਲਟ ਮਿਲ ਜਾਂਦਾ ਹੈ। ਜਦੋਂ ਮੇਰੇ ਯਕਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਾਨ ਪ੍ਰਤਿਸ਼ਠਾ ਬਹੁਤ ਫੈਲ ਗਈ, ਲਾਜ਼ਮੀ ਹੈ ਕਿ ਜਦੋਂ ਚੱਲ ਰਹੇ ਸਿਸਟਮ ਦੇ ਖਿਲਾਫ ਗੁਰਾਂ ਨੇ ਆਵਾਜ਼ ਉਠਾਈ, ਦੁਸ਼ਮਣਤਾ ਪੈਦਾ ਹੋਣੀ ਹੀ ਸੀ। ਜਦੋਂ ਸਾਰੇ ਸਰਕਾਰੇ ਦੁਆਰੇ ਵਿੱਚ ਜਾ ਕੇ ਦੇਖ ਲਿਆ ਪੰਡਤਾਂ ਨੇ, ਜੋ ਹੰਕਾਰੀ ਉਸ ਸਮੇਂ ਦੇ ਮੋਹਰੀ ਸਨ ਬਨਾਰਸ ਦੇ, ਜਦੋਂ ਦੇਖ ਲਿਆ ਕਿ ਸਾਡਾ ਕੋਈ ਰਾਜਾ ਨਹੀਂ ਸੁਣ ਰਿਹਾ, ਕੋਈ ਬਾਦਸ਼ਾਹ ਨਹੀਂ ਸਾਡਾ ਹੀ ਸੁਣ ਰਿਹਾ, ਬਈ ਇਹ ਤੇ ਸਾਨੂੰ ਆਪੇ ਕੋਈ ਉਦਮ ਕਰਨਾ ਪਵੇਗਾ, ਰਵਿਦਾਸ ਜੀ ਦੇ ਪ੍ਰਚਾਰ ਤੇ ਇਹਨਾਂ ਦੇ ਉੱਤੇ ਰੋਕ ਲਾਉਣੀ ਪਵੇਗੀ। ਸੋਚਿਆ ਕਿ ਰਵਿਦਾਸ ਜੀ ਨੂੰ ਘੇਰ ਕੇ ਅਸੀਂ ਜਾਨੋਂ ਮਾਰ ਮੁਕਾ ਦੇਣਾ ਹੈ, ਇਹਨਾਂ ਨੂੰ ਖਤਮ ਕਰ ਦੇਣਾ ਹੈ। ਇਹੋ ਜਿਹੀ ਬਿਰਤੀ, ਇਹੋ ਜਿਹੀ ਸੋਚ ਲੈ ਕੇ ਸਤਿਗੁਰ ਪਾਤਸ਼ਾਹ ਕਿਤੇ ਇਕੱਲੇ ਆ ਰਹੇ ਨੇ ਜਾਂ ਜਾ ਰਹੇ ਨੇ, ਕੋਈ ਇਹੋ ਜਿਹਾ ਸਮਾਂ ਆਇਆ ਕਿ ਗੋਪਾਲ ਦਾਸ ਪੰਡਤ ਜੋ ਇਹਨਾਂ ਦਾ ਮੁਖੀ ਸੀ, ਕਹਿੰਦੇ ਨੇ ਸਤਿਗੁਰਾਂ ਨੂੰ ਰਸਤੇ ਵਿੱਚ ਘੇਰ ਲਿਆ ਹੈ ਸਤਿਗੁਰ ਰਵਿਦਾਸ ਮਹਾਰਾਜ। ਉਸ ਸਮੇਂ ਹਥਿਆਰ ਡਾਂਗਾ ਹੀ ਹੁੰਦੀਆਂ ਸਨ, ਸੋਟੀਆਂ ਡਾਂਗਾ ਇਹਨਾਂ ਦੇ ਹੱਥ ਵਿੱਚ ਨੇ। ਤੇ ਸਤਿਗੁਰਾਂ ਨੂੰ ਆਖਣ ਲੱਗੇ ਕਿ ਰਵਿਦਾਸ ਜੀ, ਅੱਜ ਆਪਾਂ ਇੱਥੇ ਹੀ ਫੈਸਲਾ ਕਰ ਦੇਣਾ ਹੈ, ਜਾਂ ਤਾਂ ਤੁਹਾਨੂੰ ਇਹ ਆਪਣਾ ਕੂੜ ਦਾ ਜੋ ਪ੍ਰਚਾਰ ਕਰ ਰਹੇ ਹੋ ਇਹਨੂੰ ਬੰਦ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਇੱਥੇ ਹੀ ਮਾਰ ਮੁਕਾਵਾਂਗੇ। ਪਰ ਸਤਿਗੁਰ ਰਵਿਦਾਸ ਮਹਾਰਾਜ ਨਿਡਰ ਨੇ, ਨਿਰਭਉ ਨੇ, ਕਿਉਂਕਿ ਜਿਹੜਾ ਨਿਰਭਉ ਦੇ ਨਾਲ ਜੁੜਿਆ ਉਹਨੂੰ ਕਿਸੇ ਦਾ ਭੈ ਨਹੀਂ ਹੋ ਸਕਦਾ। ਸਤਿਗੁਰ ਰਵਿਦਾਸ ਮਹਾਰਾਜ ਆਖਣ ਲੱਗੇ ਕਿ ਪੰਡਤੋ, ਪਹਿਲੀ ਗੱਲ ਤਾਂ ਇਹ, ਮੈਂ ਕੋਈ ਕੂੜ ਦਾ ਪ੍ਰਚਾਰ ਨਹੀਂ ਕਰਦਾ, ਮੈਂ ਇੱਕ ਦੇ ਨਾਲ, ਸੱਚ ਦੇ ਨਾਲ ਸਾਰਿਆਂ ਨੂੰ ਜੋੜ ਰਿਹਾ।
ਪੰਡਤ ਆਖਣ ਲੱਗੇ ਕਿ ਤੁਸੀਂ ਸਾਡੇ ਰਾਮ ਦੇ ਉਲਟ ਇੱਕ ਵੱਖਰਾ ਰਾਮ, ਉਹਦੀ ਵਿਆਖਿਆ ਸਮਾਜ ਵਿੱਚ ਫੈਲਾ ਰਹੇ ਹੋ। ਸਤਿਗੁਰ ਆਖਣ ਲੱਗੇ ਕਿ ਹਾਂ, ਇਹ ਸੱਚ ਹੈ ਕਿ ਜਿਹੜਾ ਸਾਡਾ ਰਾਮ ਹੈ ਅਸਲ ਵਿੱਚ ਉਹ ਹੈ ਜਿਹੜਾ ਘੱਟ ਘੱਟ ਵਿੱਚ ਰਮਿਆ ਹੋਇਆ ਹੈ। ਰਾਮ ਹੈ ਹੀ ਉਹ। ਦਸ਼ਰਥ ਦਾ ਪੁੱਤਰ ਜੋ ਰਾਮ ਹੈ ਉਹ ਘੱਟ ਘੱਟ ਵਿੱਚ ਰਮਿਆ ਨਹੀਂ। ਉਹ ਰਾਜਾ ਹੋ ਸਕਦਾ ਹੈ, ਕੋਈ ਭਲਾ ਪੁਰਸ਼ ਹੋ ਸਕਦਾ ਹੈ, ਪਰ ਉਹ ਸਾਡੇ ਵਾਲਾ ਰਾਮ ਨਹੀਂ ਹੋ ਸਕਦਾ। ਜਦੋਂ ਇਹੋ ਜਿਹੀਆਂ ਵਿਚਾਰਾਂ ਹੋਈਆਂ, ਸਤਿਗੁਰਾਂ ਨੇ ਇੱਕ ਨਾ ਮੰਨੀ। ਕਹਿੰਦੇ ਨੇ ਕਿ ਸਤਿਗੁਰਾਂ ਦੇ ਉੱਤੇ ਲਾਠੀਆਂ ਦੇ ਨਾਲ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਤਾਂ ਇਹੋ ਜਿਹਾ ਭਰਮ ਪਿਆ, ਕਿਉਂਕਿ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਇਹੋ ਜਿਹਾ ਭਰਮ ਪਿਆ ਸਤ ਸੰਗੀਓ, ਇਹੋ ਜਿਹਾ ਅੱਖਾਂ ਦੇ ਸਾਹਮਣੇ ਭੁਲੇਖਾ ਪਿਆ ਕਿ ਡਾਂਗਾ ਮਾਰ ਮਾਰ ਕੇ ਜਿਹੜਾ ਉਹਨਾਂ ਦਾ ਮੁਖੀ ਪੰਡਤ ਸੀ ਉਹਨੂੰ ਹੀ ਮਾਰ ਮੁਕਾ ਦਿੱਤਾ। ਤੇ ਸਤਿਗੁਰ ਰਵਿਦਾਸ ਮਹਾਰਾਜ ਸਹੀ ਸਲਾਮਤ ਆਪਣੀ ਕੁਟੀਆ ਵਿੱਚ, ਆਪਣੇ ਘਰ ਵਿੱਚ ਵਾਪਸ ਆ ਜਾਂਦੇ ਨੇ। ਕਿ ਇਹੋ ਜਿਹੇ ਕਰਮ ਹੁੰਦੇ ਨੇ ਜਿਨ੍ਹਾਂ ਦਾ ਉਸੇ ਸਮੇਂ ਹਿਸਾਬ ਕਿਤਾਬ ਹੋ ਜਾਂਦਾ ਹੈ, ਜਿਸ ਤਰ੍ਹਾਂ ਇਸ ਪੰਡਤ ਦਾ ਹੋ ਗਿਆ। ਸਤਿਗੁਰਾਂ ਦਾ ਬਾਲ ਵੀ ਵਿੰਗਾ ਨਾ ਕਰ ਸਕੇ। ਤੇ ਗੁਰੂ ਪਿਆਰਿਓ, ਇਸੇ ਤਰ੍ਹਾਂ ਕਰਮਾਂ ਤੇ ਸਤਿਗੁਰ ਆਖਦੇ ਨੇ ਕਿ ਆਪਣੇ ਕਰਮਾਂ ਨੂੰ ਸ਼ੁੱਧ ਕਰ। ਸਤਿਗੁਰਾਂ ਦੀ ਬਾਣੀ ਦੀ ਇੱਕ ਪੰਕਤੀ ਹੈ, ਧਰਮ ਕਰਮ ਪਖੰਡ ਜੋ ਦੀਸੈ ਤਿਸ ਜਮ ਜਾਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਾ ਇੱਕ ਨਿਮਖ ਸਿਮਰਤ ਜਿਤ ਛੂਟੈ। ਇਸ ਪੰਕਤੀ ਨੂੰ ਧਿਆਨ ਨਾਲ ਸਮਝਣਾ। ਸਤਿਗੁਰਾਂ ਨੇ ਧਰਮ ਕਰਮ ਦੀ ਗੱਲ ਕੀਤੀ ਹੈ ਵੀ ਧਰਮ ਕਰਮ ਪਖੰਡ ਜੋ ਦੀਸੈ। ਇਹ ਆਮ ਕੰਮਾਂ ਦੀ ਗੱਲ ਨਹੀਂ। ਵੀ ਧਰਮ ਦੇ ਨਾਮ ਤੇ ਵੀ ਬੜਾ ਪਖੰਡ ਚੱਲ ਰਿਹਾ ਹੈ। ਇਨਸਾਨ ਸੋਚਦਾ ਹੈ ਵੀ ਮੈਂ ਧਰਮ ਕਰਮ ਕਰ ਰਿਹਾ ਹਾਂ, ਮੈਂ ਬਾਣੀ ਪੜ੍ਹ ਰਿਹਾ ਹਾਂ, ਮੈਂ ਕਥਾ ਕੀਰਤਨ ਕਰ ਰਿਹਾ ਹਾਂ, ਮੈਂ ਜਾਂ ਆਪਣੇ ਗ੍ਰਹਿ ਵਿਖੇ ਸਤਿਗੁਰਾਂ ਦੀ ਬਾਣੀ ਦਾ ਪਾਠ ਕਰਾ ਰਿਹਾ ਹਾਂ, ਇਹ ਧਰਮ ਕਰਮ ਹੈ। ਪਰ ਨਹੀਂ, ਸਤਿਗੁਰ ਆਖਦੇ ਨੇ ਕਿ ਧਰਮ ਕਰਮ ਪਖੰਡ ਜੋ ਦੀਸੈ। ਇਹ ਪਖੰਡ ਕਿਸ ਤਰ੍ਹਾਂ ਹੁੰਦਾ ਹੈ? ਧਿਆਨ ਦੇਣਾ। ਧਰਮ ਦੇ ਕਰਮ ਪਖੰਡ ਕਦੋਂ ਬਣਦੇ ਨੇ? ਪਰਮਾਤਮਾ ਦੇ ਘਰ ਵਿੱਚ ਸਾਡਾ ਉਹੀ ਕਰਮ ਪ੍ਰਵਾਨ ਹੈ ਜਿਹੜਾ ਕਰਮ ਅਸੀਂ ਮਨ ਦੇ ਨਾਲ ਕਰਦੇ ਹਾਂ। ਜਿਹੜਾ ਕਰਮ ਅਸੀਂ ਮਨ ਦੇ ਨਾਲ ਕਰਦੇ ਹਾਂ। ਦੇਖੋ, ਪਰਮਾਤਮਾ ਦੇ ਦਰਬਾਰ ਵਿੱਚ ਪਹਿਲੀ ਗੱਲ ਤਾਂ ਇਹ ਪਰਮਾਤਮਾ ਦਾ ਦਰਬਾਰ ਹੈ ਕਿ ਇਹ ਨਹੀਂ ਕੋਈ ਵੱਖਰਾ ਉਹਨੇ ਕੋਈ ਮਹਿਲ ਬਣਾ ਕੇ ਪਰਮਾਤਮਾ ਬੈਠਾ ਹੈ। ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ, ਜਿਹੜੀ ਕੁਦਰਤ ਹੈ, ਇਹ ਸਾਰਾ ਉਹਦਾ ਦਰਬਾਰ ਹੀ ਹੈ। ਕਣ ਕਣ ਵਿੱਚੋਂ ਸਮਾਇਆ ਹੋਇਆ ਹੈ। ਉਹਦੇ ਦਰ ਵਿੱਚ ਕਿਸ ਚੀਜ਼ ਦੀ ਵਿਚਾਰ ਹੁੰਦੀ ਹੈ? ਕੀ ਉੱਥੇ ਇਨਸਾਨ ਦਾ ਰੂਪ ਰੰਗ ਪੁੱਛਿਆ ਜਾਂਦਾ ਹੈ? ਉੱਥੇ ਜਾਤ ਪਾਤ ਪੁੱਛੀ ਜਾਂਦੀ ਹੈ? ਨਹੀਂ। ਕੀ ਇਨਸਾਨ ਦਾ ਉੱਥੇ ਧਰਮ ਦੇਖਿਆ ਜਾਂਦਾ ਹੈ ਕਿ ਇਹ ਕਿਹੜੇ ਧਰਮ ਦੇ ਨਾਲ ਸੰਬੰਧਿਤ ਹੈ? ਕੀ ਦੇਖਿਆ ਜਾਂਦਾ ਹੈ ਕਿ ਇਹ ਸਿੱਖ ਧਰਮ ਵਿੱਚ ਹੈ, ਇਹ ਈਸਾਈ ਹੈ, ਇਹ ਯਹੂਦੀ ਹੈ, ਪਾਰਸੀ ਹੈ, ਇਹ ਬੋਧੀ ਹੈ? ਕੀ ਇਸ ਚੀਜ਼ ਦੀ ਵਿਚਾਰ ਹੁੰਦੀ ਹੈ? ਨਹੀਂ। ਕਿਉਂਕਿ ਪਰਮਾਤਮਾ ਦਾ ਆਪਣਾ ਵੀ ਕੋਈ ਧਰਮ ਨਹੀਂ, ਇਸ ਲਈ ਉਹ ਇਨਸਾਨ ਦੇ ਧਰਮ ਦੀ ਵਿਚਾਰ ਨਹੀਂ ਕਰਦਾ। ਉਹਦਾ ਆਪਣਾ ਕੋਈ ਰੰਗ ਰੂਪ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ। ਉਹਦਾ ਆਪਣਾ ਕੋਈ ਰੂਪ ਰੰਗ ਨਹੀਂ, ਇਸ ਲਈ ਉਹ ਇਨਸਾਨ ਦੇ ਰੂਪ ਰੰਗ ਦੀ ਵੀ ਵਿਚਾਰ ਨਹੀਂ ਕਰਦਾ। ਉਹਦੀ ਆਪਣੀ ਕੋਈ ਭਾਸ਼ਾ ਨਹੀਂ, ਇਸ ਲਈ ਇਨਸਾਨ ਦੀ ਭਾਸ਼ਾ ਦੀ ਵੀ ਵਿਚਾਰ ਨਹੀਂ ਕਰਦਾ। ਉਹਦੀ ਭਾਸ਼ਾ ਹੈ ਪ੍ਰੇਮ ਦੀ ਭਾਸ਼ਾ ਬਸ। ਫਿਰ ਉੱਥੇ ਵਿਚਾਰ ਹੁੰਦੀ ਕੀ ਹੈ? ਸਤਿਗੁਰ ਆਖਦੇ ਨੇ ਕਿ ਕਰਮੀ ਕਰਮੀ ਹੋਏ ਵਿਚਾਰ। ਸਾਡੇ ਕੀਤੇ ਹੋਏ ਕਰਮਾਂ ਦੀ ਵਿਚਾਰ ਹੁੰਦੀ ਹੈ, ਕੀਤੇ ਹੋਏ ਕੰਮਾਂ ਦੀ ਵਿਚਾਰ ਹੁੰਦੀ ਹੈ। ਸਤ ਸੰਗੀਓ, ਕੀਤੇ ਹੋਏ ਕੰਮਾਂ ਦੀ ਜਦੋਂ ਵਿਚਾਰ ਹੁੰਦੀ ਹੈ ਤੇ ਆਪਾਂ ਵਿਚਾਰ ਕਰ ਰਹੇ ਸੀ ਕਿ ਫਿਰ ਇਨਸਾਨ ਜਦੋਂ ਧਰਮ ਕਰਮ ਕਰਦਾ ਹੈ, ਇਹ ਪਖੰਡ ਕਿਸ ਤਰ੍ਹਾਂ ਬਣਦੇ ਨੇ? ਸਤਿਗੁਰ ਆਖਦੇ ਨੇ ਕਿ ਜਿਹੜਾ ਕਰਮ ਤੂੰ ਮਨ ਦੇ ਨਾਲ ਕਰ ਰਿਹਾ ਹੈ, ਉਹਦੀ ਤੇਰੇ ਅੰਦਰ ਛਾਪ ਬਣੇਗੀ, ਤੇਰੇ ਅੰਦਰ ਇੱਕ ਸੰਸਕਾਰ ਬਣਨਗੇ। ਜਿਹੜਾ ਵੀ ਕਰਮ ਅਸੀਂ ਮਨ ਦੇ ਨਾਲ ਕਰੀਏ, ਉਦਾਹਰਨ ਦੇ ਤੌਰ ਤੇ ਥੋੜਾ ਮੈਂ ਸੌਖਾ ਕਰਾਂ ਇਸ ਗੱਲ ਨੂੰ। ਜਦੋਂ ਅਸੀਂ ਕੋਈ ਮਾੜਾ ਕਰਮ ਕਰਦੇ ਹੁੰਦੇ ਹਾਂ
ਜਦੋਂ ਵੀ ਕੋਈ ਇਨਸਾਨ ਕੋਈ ਗਲਤ ਕਰਮ ਕਰ ਰਿਹਾ, ਕੋਈ ਚੋਰੀ ਕਰ ਰਿਹਾ, ਕੋਈ ਜਾਰੀ ਕਰ ਰਿਹਾ, ਕੋਈ ਠੱਗੀ ਕਰ ਰਿਹਾ ਹੈ, ਤਾਂ ਤੁਸੀਂ ਦੇਖਿਆ ਹੋਣਾ ਕਿ ਇਕਾਗਰਤਾ ਪੂਰੀ ਹੁੰਦੀ ਹੈ ਇਨਸਾਨ ਦੀ। ਇਨਸਾਨ ਬੜਾ ਸਾਵਧਾਨੀ ਦੇ ਨਾਲ, ਇਕਾਗਰਤਾ ਦੇ ਨਾਲ ਉਹ ਕਰਮ ਕਰਦਾ ਹੈ। ਕਿਉਂ? ਕਿਉਂਕਿ ਡਰ ਹੈ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ। ਇਸ ਲਈ ਉਸ ਕੰਮ ਦੇ ਵਿੱਚ ਇਨਸਾਨ ਦੀ ਇਕਾਗਰਤਾ ਬਹੁਤ ਜ਼ਿਆਦਾ ਹੁੰਦੀ ਹੈ। ਤੇ ਜਿਸ ਕੰਮ ਵਿੱਚ ਇਕਾਗਰਤਾ ਹੁੰਦੀ ਹੈ, ਉਸ ਕਰਮ ਦੀ ਅੰਦਰ ਛਾਪ ਬਣ ਜਾਂਦੀ ਹੈ, ਉਹਦੇ ਸੰਸਕਾਰ ਬਣ ਜਾਂਦੇ ਨੇ। ਜਿਹਨੂੰ ਆਪਾਂ ਕਹਿੰਦੇ ਆ ਕਿ ਚਿੱਤਰਗੁਪਤ ਲਿਖ ਰਿਹਾ ਹੈ, ਉਹ ਇਹੀ ਚੀਜ਼ ਹੈ। ਲਿਖਦਾ ਕੀ ਹੈ? ਸਾਡੇ ਹੋਏ ਜਿਹੜੇ ਕੀਤੇ ਹੋਏ ਕਰਮ ਹੈ, ਉਹਨਾਂ ਦਾ ਜੋ ਸੰਸਕਾਰਾਂ ਦਾ ਜੋ ਲੇਖਾ ਜੋਖਾ ਹੈ, ਉਹ ਚਿੱਤਰਗੁਪਤ ਲਿਖ ਰਿਹਾ ਹੈ। ਤੇ ਚਿੱਤਰਗੁਪਤ ਹੈ ਕੀ? ਇਹ ਵੀ ਨਹੀਂ ਕਿ ਕੋਈ ਵੱਖਰਾ ਦਫ਼ਤਰ ਬਣਾ ਕੇ ਕੋਈ ਬੈਠਾ ਹੈ ਚਿੱਤਰਗੁਪਤ। ਇਹਨੂੰ ਉਲਟ ਕਰਕੇ ਦੇਖੋ, ਚਿੱਤਰਗੁਪਤ ਨੂੰ ਗੁਪਤ ਚਿੱਤਰ, ਭਾਵ ਤੁਹਾਡਾ ਮਨ ਜਿਹੜਾ ਇੱਕ ਗੁਪਤ ਹੈ। ਸਾਡੇ ਅੰਦਰ ਵੀ ਇੱਕ ਗੁਪਤ ਚਿੱਤਰ ਹੈ ਜਿਹੜੀ ਸਾਡੀ ਯਾਦ ਵਿੱਚ ਹੈ। ਤੁਸੀਂ ਸਾਰੇ ਇੱਥੇ ਆਪਣੇ ਆਪਣੇ ਅੰਦਰ ਇੱਕ ਚਿੱਤਰ ਬਣਾ ਕੇ ਬੈਠੇ ਹੋਵੋਗੇ ਕਿਸੇ ਕਿਸੇ ਚੀਜ਼ ਦਾ, ਉਹੀ ਬਸ ਚਿੱਤਰਗੁਪਤ ਹੈ। ਤੁਹਾਡੀ ਯਾਦ ਹੀ, ਤੁਹਾਡਾ ਮਨ ਹੀ ਚਿੱਤਰਗੁਪਤ ਹੈ। ਹੋਰ ਕੋਈ ਵੱਖਰਾ ਚਿੱਤਰਗੁਪਤ ਨਹੀਂ ਜੋ ਬਹੁਤ ਵੱਡੀ ਕਿਤੇ ਕਿਤਾਬ ਲੈ ਕੇ ਬੈਠਾ ਹੈ। ਇਹ ਤੁਹਾਡੇ ਆਪਣੇ ਅੰਦਰ ਵਿੱਚ ਹੀ ਹੈ, ਤੁਹਾਡੇ ਘਟ ਵਿੱਚ ਹੀ ਹੈ, ਤੁਹਾਡੇ ਸੰਸਕਾਰਾਂ ਦੀ ਇੱਕ ਕਿਤਾਬ। ਤੇ ਜਦੋਂ ਇਨਸਾਨ ਕੋਈ ਬੁਰਾ ਕਰਮ ਕਰਦਾ ਹੈ ਸਤਸੰਗੀਓ, ਤਾਂ ਉਹਦੇ ਵਿੱਚ ਉਹਦੀ ਬੜੀ ਸਾਵਧਾਨੀ ਹੁੰਦੀ ਹੈ। ਇਸ ਲਈ ਉਹਦੀ ਇਕਾਗਰਤਾ ਜ਼ਿਆਦਾ ਹੋਣ ਕਰਕੇ ਉਹਦੇ ਸੰਸਕਾਰ ਅੰਦਰ ਬਣ ਜਾਂਦੇ ਨੇ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਜਦੋਂ ਅਸੀਂ ਬਾਣੀ ਸੁਣਦੇ ਹਾਂ, ਤਾਂ ਉਦੋਂ ਸਾਡੀ ਪੂਰੀ ਇਕਾਗਰਤਾ ਨਹੀਂ ਹੁੰਦੀ। ਇਸ ਕਰਕੇ ਬਾਣੀ ਦੇ ਸੰਸਕਾਰ ਸਾਡੇ ਅੰਦਰ ਨਹੀਂ ਪੈਦਾ ਹੁੰਦੇ, ਬਾਣੀ ਸਾਡੇ ਜੀਵਨ ਵਿੱਚ ਨਹੀਂ ਆਉਂਦੀ। ਉਦਾਹਰਨ ਦੇ ਤੌਰ ਤੇ ਤੁਸੀਂ ਸਾਰੇ ਬੈਠੇ ਕਥਾ ਸੁਣ ਰਹੇ ਹੋ। ਹੁਣ ਤੁਸੀਂ ਸੁਣ ਰਹੇ ਹੋ, ਤੁਹਾਨੂੰ ਸ਼ਾਮ ਨੂੰ ਪੁੱਛਿਆ ਜਾਵੇ ਕਿ ਕਿਸ ਚੀਜ਼ ਦੀ ਵਿਚਾਰ ਹੋਈ ਸੀ, ਮੇਰੇ ਖਿਆਲ ਦੇ ਨਾਲ 100 ਦੇ ਵਿੱਚੋਂ 90 ਜਾਂ 95 ਨੂੰ ਨਹੀਂ ਪਤਾ ਲੱਗਣਾ ਵੀ ਕਿਹੜੀ ਗੱਲ ਕੀਤੀ ਗਈ ਸੀ। ਕਿਉਂ? ਕਿਉਂਕਿ ਇਕਾਗਰਤਾ ਨਹੀਂ, ਗਹਿਰਾਈ ਦੇ ਨਾਲ ਨਹੀਂ ਸੁਣਦੇ। ਪਰ ਜਦੋਂ ਅਸੀਂ ਮਾੜਾ ਕੰਮ ਕਰਦੇ ਹਾਂ ਕੋਈ, ਫਿਰ ਅਸੀਂ ਗਹਿਰਾਈ ਵਿੱਚ ਹੁੰਦੇ ਹਾਂ, ਪੂਰੇ ਧਿਆਨ ਵਿੱਚ ਹੁੰਦੇ ਹਾਂ। ਇੱਕ ਹੋਰ ਉਦਾਹਰਨ ਸੁਣੋ। ਜਦੋਂ ਕੋਈ ਆਪਾਂ ਫਿਲਮ ਦੇਖਦੇ ਹਾਂ, ਕੋਈ ਮੂਵੀ ਦੇਖਦੇ ਹਾਂ, ਸਾਨੂੰ ਸੋਹਣੀ ਲੱਗਦੀ ਹੈ, 2.5-3 ਘੰਟੇ ਦੀ ਫਿਲਮ ਹੁੰਦੀ ਹੈ, 2.5-3 ਘੰਟੇ ਦੀ। ਇੱਕ ਵਾਰ ਇਨਸਾਨ ਦੇਖ ਲੈ, ਉਹਦੇ ਦਿਮਾਗ ਵਿੱਚ ਉਹ ਫਿਲਮ ਬੈਠ ਜਾਂਦੀ ਹੈ। ਭਾਵੇਂ 2.5-3 ਘੰਟੇ ਦੀ ਜੋ ਫਿਲਮ ਹੈ, ਉਹਨੂੰ 30 ਸਾਲ ਬਾਅਦ ਵੀ ਪੁੱਛ ਲਓ ਤਾਂ ਵੀ ਉਹਨੂੰ ਪਤਾ ਹੋਣਾ ਵੀ ਕੀ ਹੋਇਆ ਸੀ। ਕਿਉਂ? ਕਿਉਂਕਿ ਦੇਖਦੇ ਸਮੇਂ, ਸੁਣਦੇ ਸਮੇਂ ਇਕਾਗਰਤਾ ਬਹੁਤ ਸੀ। ਪਰ ਬਾਣੀ ਸੁਣਦੇ ਸਮੇਂ, ਬਾਣੀ ਪੜ੍ਹਦੇ ਸਮੇਂ ਇਕਾਗਰਤਾ ਨਹੀਂ ਹੁੰਦੀ। ਇਸ ਲਈ ਯਾਦ ਵੀ ਕੁਝ ਨਹੀਂ ਰਹਿੰਦਾ, ਪੱਲੇ ਵੀ ਕੁਝ ਨਹੀਂ ਪੈਂਦਾ। ਇਸ ਲਈ ਆਖਦੇ ਨੇ ਸਤਿਗੁਰ ਕਿ ਧਰਮ ਕਰਮ ਪਖੰਡ ਜੋ ਦਿਸੈ। ਇਹ ਧਰਮ ਦੇ ਕਰਮ, ਇਹ ਪਖੰਡ ਨਹੀਂ ਤੇ ਹੋਰ ਕੀ ਹੈ। ਸਿਰਫ ਦੇਖੋ ਦੇਖੀ ਅਸੀਂ ਪੜ੍ਹੀ ਜਾ ਰਹੇ ਹਾਂ। ਐਸਾ ਵੀ ਦੇਖਿਆ ਗਿਆ ਹੈ ਕਿ 2.5-3 ਘੰਟੇ ਕਥਾ ਕੀਰਤਨ ਕਰਨ ਵਾਲੇ 5 ਮਿੰਟ ਬਹਿ ਕੇ ਸੁਣ ਨਹੀਂ ਸਕਦੇ। 5-5, 6-6 ਘੰਟੇ ਪਾਠ ਕਰਨ ਵਾਲੇ ਪਾਠੀ ਵੀ 5-10 ਮਿੰਟ ਬੈਠ ਕੇ ਸੁਣ ਨਹੀਂ ਸਕਦੇ। ਕਿਉਂਕਿ ਸੁਣਨਾ, ਸੁਣ ਕੇ ਅੰਦਰ ਪਹੁੰਚਾਉਣਾ, ਸੁਣ ਕੇ ਅਸੈਪਟ ਕਰਨਾ, ਇਹੀ ਬੜੀ ਮੁਸ਼ਕਿਲ ਗੱਲ ਹੈ। ਆਓ ਆਪਾਂ ਸਤਿਗੁਰਾਂ ਦੀ ਬਾਣੀ ਦੇ ਨਾਲ ਇੱਕ ਹੋਰ ਸ਼ਬਦ ਪੜ੍ਹੀਏ ਕਿ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਨਰੂ ਮਰੈ ਨਰ ਕਾਮ ਨ ਆਵੇ, 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 ਪਸ਼ੂ ਮਰੈ 10 ਕਾਜ ਸਵਾਰੈ, ਪਸ਼ੂ ਮਰੈ 10 ਕਾਜ ਸਵਾਰੈ, अपने कर्म की गत मैं क्या जानो, अपने कर्म की गत मैं क्या जानो, मैं क्या जानो बाबा रे, मैं क्या जानो बाबा रे।
हाड जले जैसे लकड़ी का तूला, 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 केस जले जैसे कांस का पूला, केस जले जैसे कांस का पूला। अपने कर्म की गत मैं क्या जानूं, अपने कर्म की गत मैं क्या जानूं, मैं क्या जानूं बाबा रे, मैं क्या जानूं बाबा रे। नरु मरै नर काम न आवै, पशु मरै दस काज सवारै। ਇਹ ਦੋ ਪੰਕਤੀਆਂ ਨੂੰ ਆਪਾਂ ਥੋੜਾ ਵਿਚਾਰੀਏ। ਜੇ ਅੱਜ ਦੇ ਸਮੇਂ 'ਚ ਆਪਾਂ ਇਹ ਵਿਚਾਰ ਪੇਸ਼ ਕਰੀਏ, ਇੱਥੇ ਫੇਰ ਤਰਕ ਬੁੱਧੀ ਵਾਲਾ ਸਵਾਲ ਪੈਦਾ ਕਰ ਸਕਦਾ ਹੈ ਕਿ ਅੱਜ ਤਾਂ ਇਨਸਾਨ ਦੇ ਸਰੀਰ ਦੇ ਅੰਗ ਕਿੰਨੇ ਕੰਮ ਆਉਂਦੇ ਨੇ, ਫਿਰ ਕਿੱਦਾਂ ਕਹਿ ਸਕਦੇ ਆ ਕਿ ਬਈ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਇਹਨੂੰ ਦਰਅਸਲ ਇਸ ਤਰੀਕੇ ਨਾਲ ਸਮਝਣਾ ਹੈ, ਨਰੂ ਮਰੇ ਨਰ ਕਾਮ ਨਾ ਆਵੇ। ਜਦੋਂ ਇਨਸਾਨ ਦੇ ਅੰਦਰ, ਮਨੁੱਖ ਦੇ ਅੰਦਰ ਮਨੁੱਖਤਾ ਮਰ ਜਾਂਦੀ ਹੈ, ਨਰ ਮਰ ਜਾਂਦਾ ਹੈ, ਤਾਂ ਇਹ ਕਿਸੇ ਕੰਮ ਦਾ ਨਹੀਂ ਰਹਿੰਦਾ। ਪਰ ਜਦੋਂ ਇਹਦੇ ਉਲਟ ਪਸ਼ੂ ਮਰੇ, ਜਦੋਂ ਇਹਦੇ ਅੰਦਰੋਂ ਪਸ਼ੂ ਬਿਰਤੀਆਂ, ਮਾੜੀਆਂ ਬਿਰਤੀਆਂ ਖਤਮ ਹੋ ਜਾਂਦੀਆਂ ਨੇ, ਫਿਰ ਇਹ ਆਪਣੇ ਵੀ 10 ਕਾਰਜ ਸਵਾਰਦਾ ਹੈ ਤੇ ਦੂਸਰਿਆਂ ਦੇ ਵੀ ਸਵਾਰਦਾ ਹੈ। ਇਹਨੂੰ ਇਸ ਤਰੀਕੇ ਨਾਲ ਲੈਣਾ ਹੈ। ਸਤ ਸੰਗੀਓ, ਇਸ ਲਈ ਜਦੋਂ ਵੀ ਕਿਤੇ ਇਨਸਾਨ ਦੁੱਖਾਂ ਦੇ ਵਿੱਚ ਘਿਰ ਜਾਏ ਨਾ, ਚਾਰੇ ਪਾਸੇ ਦੁੱਖ ਹੀ ਦੁੱਖ ਨਜ਼ਰ ਆਉਣ, ਤਾਂ ਇੱਕ ਗੱਲ ਯਾਦ ਕਰ ਲੈਣਾ ਕਿ ਜੋ ਮੈਨੂੰ ਇੰਨੇ ਦੁੱਖ ਨੇ, ਮੈਂ ਕਿਤੇ ਜ਼ਰੂਰ ਕਿਸੇ ਨੂੰ ਦੁੱਖ ਦਿੱਤਾ ਹੋਵੇਗਾ। ਇਹ ਤੇ ਦਿੱਤਾ ਲਈਏ ਆਪਣਾ, ਅਨ ਦਿੱਤਾ ਕਿਛ ਹੱਥ ਨਾਏ। ਜਿੱਦਾਂ ਦਾ ਤੁਸੀਂ ਦੋਗੇ, ਇਹ ਕੁਦਰਤ ਦਾ, ਇਹ ਵਿਧੀ ਦਾ ਵਿਧਾਨ ਹੈ। ਇਹ ਕੁਦਰਤ ਦੀ ਝੋਲੀ ਅਸੀਂ ਜੋ ਪਾਉਣਾ ਹੈ, ਕੁਦਰਤ ਨੇ ਵਾਪਸ ਉਹ ਸਾਡੀ ਝੋਲੀ ਪਾ ਦੇਣਾ ਹੈ। ਜੇਕਰ ਅੱਜ ਇਨਸਾਨ ਤੂੰ ਦੁਖੀ ਹੈ, ਤਾਂ ਬਸ ਇੱਕ ਯਾਦ ਕਰ ਲੈ ਆਪਣੇ ਦੁੱਖ ਨੂੰ ਦੇਖ ਕੇ, ਤੂੰ ਕਿਸੇ ਨੂੰ ਦੁੱਖ ਦਿੱਤਾ ਹੋਵੇਗਾ। ਜੇਕਰ ਤੂੰ ਸੁਖੀ ਹੈ, ਤੂੰ ਖੇੜੇ ਵਿੱਚ ਹੈ, ਤੇਰੇ ਧੀਆਂ ਪੁੱਤਰ ਤੇਰੇ ਕਹਿਣੇ 'ਚ ਨੇ, ਤੂੰ ਘਰੋਂ ਖੁਸ਼ ਹੋ ਕੇ ਨਿਕਲਦਾ ਹੈ, ਘਰੋਂ ਜਾਂਦਾ ਹੈ, ਤੂੰ ਖੁਸ਼ ਹੋ ਜਾਂਦਾ ਬੱਚਿਆਂ ਨੂੰ ਦੇਖ ਕੇ। ਜੇ ਤੂੰ ਖੁਸ਼ ਹੈ, ਤੂੰ ਆਨੰਦ ਵਿੱਚ ਹੈ, ਤਾਂ ਇੱਕ ਗੱਲ ਯਾਦ ਕਰ ਲਈ, ਤੂੰ ਕਿਸੇ ਨੂੰ ਆਨੰਦ ਦਿੱਤਾ ਹੋਵੇਗਾ, ਤੂੰ ਕਿਸੇ ਨੂੰ ਖੁਸ਼ ਕੀਤਾ ਹੋਵੇਗਾ। ਜੇਕਰ ਤੇਰੇ ਰਸਤੇ ਵਿੱਚ ਅੱਜ ਕੰਡੇ ਵਿਛੇ ਨੇ, ਤਾਂ ਐ ਮਨੁੱਖ, ਤੂੰ ਕਿਸੇ ਦੇ ਰਸਤੇ ਵਿੱਚ ਕੰਡੇ ਵਿਛਾਏ ਹੋਣਗੇ। ਤੇਰੇ ਸਵਾਗਤ ਵਿੱਚ ਫੁੱਲ ਵਿਖੇ ਨੇ, ਤਾਂ ਤੂੰ ਜ਼ਰੂਰ ਕਿਸੇ ਦੇ ਰਸਤੇ ਵਿੱਚ ਫੁੱਲ ਵਿਛਾਏ ਹੋਣਗੇ। ਇਹ ਤੇ ਦਿੱਤਾ ਲਈਏ ਆਪਣਾ, ਅਨ ਦਿੱਤਾ ਕਿ ਹੱਥ ਨਾ। ਇਹ ਤਾਂ ਵਾਪਸ ਤੇਰੀ ਝੋਲੀ ਵਿੱਚ ਪੈ ਰਿਹਾ, ਤੇਰਾ ਦਿੱਤਾ ਹੋਇਆ, ਤੇਰਾ ਕੀਤਾ ਹੋਇਆ। ਇਸ ਲਈ ਸਤਿਗੁਰ ਕਹਿੰਦੇ ਨੇ ਕਿ ਕਰਮਾਂ ਤੇ ਜ਼ੋਰ ਦੇ, ਕਿਉਂਕਿ ਕਰਮਾਂ ਨੇ ਹੀ ਤੇਰੇ ਅਗਲੇ ਜੀਵਨ ਦੀ ਯਾਤਰਾ ਤੇ ਤੈਨੂੰ ਲੈ ਕੇ ਜਾਣਾ ਹੈ। ਕਰਮ ਕੀਤੇ ਹੋਏ ਕਰਮਾਂ ਨੇ ਹੀ ਤੈਨੂੰ ਆਵਾਗਮਨ ਦੇ ਚੱਕਰ ਤੋਂ ਮੁਕਤ ਕਰਨਾ ਹੈ। ਦੇਖੋ, ਮਹਾਤਮਾ ਬੁੱਧ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਰਮ ਹੀ ਭਗਵਾਨ ਹੈ। ਭਗਵਾਨ ਭਗਵਾਨ ਨਹੀਂ, ਕਰਮ ਹੀ ਭਗਵਾਨ ਹੈ। ਇਸੇ ਕਰਕੇ ਫਿਰ ਬ੍ਰਾਹਮਣ ਮਤ ਨੇ ਉਹਨਾਂ ਨੂੰ ਨਾਸਤਿਕ ਕਰਾਰ ਦੇ ਦਿੱਤਾ ਕਿ ਇਹ ਤੇ ਨਾਸਤਿਕ ਹੈ। ਪਰ ਦਰਅਸਲ ਉਹਨਾਂ ਦੀ ਗੱਲ ਨੂੰ ਸਮਝਿਆ ਨਹੀਂ ਕਿ ਮਹਾਤਮਾ ਬੁੱਧ ਜੀ ਨੇ ਕਿਹਾ ਕੀ। ਦੇਖੋ, ਬਾਣੀ ਵੀ ਇਹੀ ਕਹਿ ਰਹੀ ਹੈ ਕਿ ਕਰਮੀ ਕਰਮੀ ਹੋਏ ਵਿਚਾਰ, ਵੇ ਵਿਚਾਰ ਤੁਹਾਡੇ ਕਰਮਾਂ ਦੀ ਹੋਣੀ ਹੈ ਉਹਦੇ ਘਰ ਵਿੱਚ। ਤੇ ਜਦ ਵਿਚਾਰ ਹੀ ਕਰਮਾਂ ਦੀ ਹੋਣੀ ਹੈ, ਤੇ ਮਹਾਤਮਾ ਬੁੱਧ ਜੀ ਨੇ ਕਹਿ ਦਿੱਤਾ, ਫਿਰ ਇਹ ਇਨਸਾਨ ਤੂੰ ਪਰਮਾਤਮਾ ਨੂੰ ਇੱਕ ਪਾਸੇ ਰੱਖ, ਤੂੰ ਆਪਣੇ ਕਰਮਾਂ ਤੇ ਜ਼ੋਰ ਦੇ ਕਿ ਤੂੰ ਕਰਮ ਕਿਹੋ ਜਿਹੇ ਕਰ ਰਿਹਾ ਹੈ। ਜੇਕਰ ਫੈਸਲਾ ਹੀ ਉਹਨੇ ਕਰਮਾਂ ਨੂੰ ਦੇਖ ਕੇ ਕਰਨਾ ਹੈ, ਫਿਰ ਇਸ ਲਈ ਆਪਣੇ ਕਰਮਾਂ ਨੂੰ ਸ਼ੁੱਧ ਕਰਨ ਤੇ ਜ਼ੋਰ ਦੇ, ਆਪਣੇ ਕਰਮਾਂ ਨੂੰ ਪਵਿੱਤਰ ਕਰਨ ਤੇ ਜ਼ੋਰ ਦੇ। ਪਰ ਗੁਰਮਤਿ ਇਹ ਹੈ,
ਜੇਕਰ ਇਨਸਾਨ ਚਾਹੇ ਕਿ ਮੈਂ ਕਰਮ ਸ਼ੁੱਧ ਕਰਦਾ ਰਹਾਂ, ਚੰਗੇ ਕਰਦਾ ਰਹਾਂ, ਭਲਾਈ ਕਰਦਾ ਰਹਾਂ, ਕਿਸੇ ਦਾ ਭਲਾ ਵੀ ਕਰਦਾ ਰਹਾਂ, ਮੈਂ ਅਕਸਰ ਕਹਿੰਦਾ ਹੁੰਦਾ ਹਾਂ ਇਹ ਚੰਗੇ ਕਰਮ, ਭਲਾਈ, ਦਾਨ, ਪੁੰਨ, ਜੇਕਰ ਇਹਨਾਂ ਦੇ ਨਾਲ ਬੰਦਗੀ ਨਹੀਂ ਹੈ, ਸਿਮਰਨ ਨਹੀਂ ਹੈ, ਤਾਂ ਇਸ ਤਰ੍ਹਾਂ ਹੈ ਜਿਵੇਂ ਲਾੜੇ ਤੋਂ ਬਿਨਾਂ ਬਰਾਤ ਹੈ। ਫੋਕੇ ਕੀਤੇ ਹੋਏ ਚੰਗੇ ਕਰਮ ਵੀ ਇਨਸਾਨ ਦੀ ਈਗੋ ਨੂੰ ਵਧਾ ਦਿੰਦੇ ਨੇ, ਇਨਸਾਨ ਦੀ ਹਉਮੈ ਨੂੰ ਵਧਾ ਦਿੰਦੇ ਨੇ। ਫਿਰ ਉਹੀ ਕਰਮ ਪਖੰਡ ਬਣ ਜਾਂਦੇ ਨੇ, ਉਹੀ ਕਰਮ ਤੁਹਾਡੇ ਆਉਣ ਜਾਣ ਦਾ ਫੇਰ ਸਬੱਬ ਬਣ ਜਾਂਦੇ ਨੇ। ਇਸ ਲਈ ਚੰਗੇ ਕੀਤੇ ਹੋਏ ਕਰਮਾਂ ਨੂੰ ਵੀ ਸੰਭਾਲ ਕੇ ਰੱਖਣਾ, ਇਹਨਾਂ ਦਾ ਹੰਕਾਰ ਨਾ ਹੋਵੇ, ਇਸ ਲਈ ਬੰਦਗੀ ਜ਼ਰੂਰੀ ਹੈ। ਇਸ ਲਈ ਸਤ ਸੰਗ, ਕਥਾ, ਕੀਰਤਨ ਇਹ ਜ਼ਰੂਰੀ ਹੈ ਕਿ ਤੁਹਾਡੇ ਕੀਤੇ ਹੋਏ ਕਰਮ ਇਹ ਕਿਤੇ ਹੰਕਾਰ ਵਿੱਚ ਨਾ ਬਦਲ ਜਾਣ, ਕਿਤੇ ਹਉਮੈ ਦਾ ਰੂਪ ਨਾ ਲੈ ਲੈਣ। ਇਸ ਲਈ ਸਿਮਰਨ, ਬੰਦਗੀ ਜ਼ਰੂਰੀ ਹੈ। ਤੇ ਸਤਸੰਗੀਓ, ਤੇ ਸਤਿਗੁਰਾਂ ਨੇ ਜੋ ਕਰਮਾਂ ਦਾ ਆਪਾਂ ਵਿਚਾਰ ਕਰ ਰਹੇ ਸੀ, ਆਪਣੇ ਆਪਣੇ ਤੁਸੀਂ ਹਿਰਦੇ ਵਿੱਚ ਝਾਤ ਮਾਰ ਕੇ ਦੇਖਣਾ ਕਿ ਅੱਜ ਜੋ ਆਪਾਂ ਕਥਾ ਕੀਰਤਨ ਕੀਤਾ ਹੈ ਜਾਂ ਸੁਣਿਆ ਹੈ, ਕੀ ਇਹ ਸਾਡੇ ਸੰਸਕਾਰ ਬਣੇ ਨੇ? ਇਹ ਤੁਹਾਨੂੰ ਸ਼ਾਮ ਤੱਕ ਹੀ, ਕੱਲ ਤੱਕ ਹੀ ਤੁਹਾਨੂੰ ਇਸ ਗੱਲ ਦਾ ਫੈਸਲਾ ਆਪਣੇ ਆਪ ਹੋ ਜਾਏਗਾ ਕਿ ਅੱਜ ਦਾ ਕਥਾ ਕੀਰਤਨ ਸੁਣਿਆ, ਕੀ ਇਹ ਸੰਸਕਾਰ ਬਣੇ ਨੇ, ਕੀ ਅੰਦਰ ਇਹਦੀ ਛਾਪ ਬਣੀ ਹੈ? ਛਾਪ ਤਦੇ ਹੀ ਬਣੇਗੀ ਜੇ ਇਕਾਗਰਤਾ ਹੋਵੇਗੀ। ਜਿਸ ਤਰ੍ਹਾਂ ਮੈਂ ਕਿਹਾ ਕਿ ਮਾੜਾ ਕਰਮ ਕਰਦੇ ਹੋਏ ਬੜੀ ਇਕਾਗਰਤਾ ਹੁੰਦੀ ਹੈ, ਕਿਉਂਕਿ ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਕਾਨੂੰਨ ਸਜ਼ਾ ਦੇਵੇਗਾ। ਕਿਉਂ? ਇੱਕ ਹੋਰ ਮੈਂ ਛੋਟੀ ਜਿਹੀ ਵਿਚਾਰ ਕਰਕੇ ਫਿਰ ਆਪਾਂ ਸਮਾਪਤੀ ਵੱਲ ਚਲੀਏ। ਜਿਹੜਾ ਬਾਹਰਲਾ ਕਾਨੂੰਨ ਹੈ, ਜਿਹੜਾ ਬਾਹਰਲਾ ਕਾਨੂੰਨ ਹੈ ਸੰਸਾਰ ਦਾ, ਇਹ ਕਾਨੂੰਨ ਦੇਖਦਾ ਹੈ ਕਿ ਇਨਸਾਨ ਦਾ ਸਰੀਰ ਕੀ ਕਰ ਰਿਹਾ ਹੈ। ਧਿਆਨ ਦੇਣਾ, ਕਾਨੂੰਨ ਦੇਖਦਾ ਹੈ ਇਨਸਾਨ ਦਾ ਸਰੀਰ ਕੀ ਕਰ ਰਿਹਾ ਹੈ। ਜੇਕਰ ਕੁਝ ਗਲਤ ਕਰ ਦਿੱਤਾ ਹੈ ਤਾਂ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਦੀ ਹੈ। ਪਰ ਜਿਹੜਾ ਪਰਮਾਤਮਾ ਦਾ ਕਾਨੂੰਨ ਹੈ ਉਹ ਇਹ ਦੇਖਦਾ ਕਿ ਇਹ ਇਨਸਾਨ ਤੇਰਾ ਮਨ ਕੀ ਕਰ ਰਿਹਾ ਹੈ, ਤੂੰ ਮਨ ਵਿੱਚ ਕੀ ਸੋਚ ਰਿਹਾ ਹੈ। ਹੁਣ ਕੋਈ ਇਨਸਾਨ ਬੈਠੇ ਤਾਂ ਆਪਾਂ ਸਤਸੰਗ ਵਿੱਚ, ਸਤਸੰਗ ਵਿੱਚ ਬੈਠੇ ਬੈਠੇ ਵੀ ਕੁਸੰਗਤ ਚੱਲ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਇੱਥੇ ਬੈਠਾ ਵੀ ਇਨਸਾਨ ਕੁਸੰਗਤ ਕਰ ਸਕਦਾ ਹੈ, ਇੱਥੇ ਬੈਠਾ ਵੀ ਇਨਸਾਨ ਪਾਪ ਕਮਾ ਸਕਦਾ ਹੈ। ਤੇ ਉਹ ਜਿਹੜਾ ਤੁਹਾਡੇ ਮਨ ਵਿੱਚ ਵਿਚਾਰ ਚੱਲਦੀ ਹੈ ਉਹ ਫਿਰ ਲਿਖੀ ਜਾਂਦੀ ਹੈ ਤੁਹਾਡੇ ਸੰਸਕਾਰਾਂ ਵਿੱਚ, ਉਹ ਪਰਮਾਤਮਾ ਦੇ ਘਰ ਵਿੱਚ ਉਹਦੀ ਵਿਚਾਰ ਹੁੰਦੀ ਹੈ। ਤੇ ਦੂਸਰਾ, ਜੇ ਕੋਈ ਇਨਸਾਨ ਘਰ ਬੈਠਾ ਹੈ, ਉਹ ਕਿਸੇ ਕਰਕੇ ਨਹੀਂ ਆ ਸਕਿਆ, ਉਹਦਾ ਸਰੀਰ ਤਾਂ ਨਹੀਂ ਇੱਥੇ ਪਰ ਮਨ ਹੈ, ਉਹਦਾ ਉਹ ਵੀ ਪ੍ਰਵਾਨ ਹੈ, ਉਹ ਵੀ ਲਿਖਿਆ ਜਾਣਾ ਹੈ। ਕਿਉਂਕਿ ਖੇਡ ਸਾੜੀ ਉਸ ਅਕਾਲ ਪੁਰਖ ਦੇ ਘਰ ਵਿੱਚ ਮਨ ਦੀ ਵਿਚਾਰ ਦੀ ਹੈ। ਇਸ ਲਈ ਆਪਣੇ ਕਰਮਾਂ ਨੂੰ ਜੇ ਸ਼ੁੱਧ ਕਰਨਾ ਹੈ ਤਾਂ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਮਨ ਦੀ ਵਿਚਾਰ ਨੂੰ ਇਨਸਾਨ ਪਵਿੱਤਰ ਕਰੇ। ਇਹ ਕੋਈ ਛੋਟੀ ਮੋਟੀ ਖੇਡ ਨਹੀਂ, ਮੈਂ ਕਹਿ ਦਿੱਤੀ ਤੁਸੀਂ ਸੁਣ ਲਈ। ਵਿਚਾਰ ਇਨਸਾਨ ਦੇ ਸਾਰੀ ਉਮਰ ਨਹੀਂ ਸ਼ੁੱਧ ਹੁੰਦੇ। ਇਹ ਨਾ ਕਦੇ ਵੀ ਸੋਚਣਾ ਕਿ ਇਨਸਾਨ ਜਿੰਨਾ ਜ਼ਿਆਦਾ ਉਮਰ ਵਿੱਚ ਵੱਡਾ ਹੋ ਜਾ ਰਿਹਾ ਹੈ ਕਿ ਸ਼ਾਇਦ ਉਹਦੇ ਵਿਚਾਰ ਉਨੇ ਪਵਿੱਤਰ ਹੋਈ ਜਾ ਰਹੇ ਨੇ। ਨਹੀਂ, ਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਬਾਣੀ ਤਾਂ ਇਹ ਕਹਿੰਦੀ ਹੈ ਕਿ ਕਈ ਇਹੋ ਜਿਹੇ ਪੁਰਸ਼ ਹੁੰਦੇ ਨੇ ਜਿਹੜੇ ਉਮਰ ਦੇ ਵੱਧਦੇ ਜਿਨ੍ਹਾਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਵੱਧਦਾ ਜਾਂਦਾ ਹੈ। ਬੇਸ਼ੱਕ ਸਰੀਰ ਵਿੱਚ ਉਹ ਪਕੜ ਨਹੀਂ ਰਹੀ ਪਰ ਮਨ ਦੇ ਵਿੱਚ ਉਹ ਬਿਰਤੀਆਂ ਚੱਲ ਰਹੀਆਂ ਨੇ। ਇਸ ਲਈ ਬਾਣੀ ਦਾ ਇਹੀ ਜ਼ੋਰ ਹੈ ਕਿ ਇਹ ਇਨਸਾਨ ਆਪਣੇ ਮਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਨ੍ਹ ਕੇ ਰੱਖ, ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕੰਟਰੋਲ ਵਿੱਚ ਲਿਆ, ਤਾਂ ਜੋ ਤੂੰ ਮਨ ਵਿੱਚ ਸੋਚੇਗਾ, ਫਿਰ ਚੰਗਾ ਸੋਚੇਗਾ, ਮਾੜਾ ਸੋਚੇਗਾ, ਉਹ ਇੱਕ ਨਾ ਇੱਕ ਦਿਨ ਤੇਰੇ ਸਰੀਰ ਦੇ ਉੱਤੇ ਵੀ ਪ੍ਰਗਟ ਹੋ ਜਾਏਗਾ। ਹੁਣ ਜੇਕਰ ਕੋਈ ਇਨਸਾਨ ਚੋਰੀ ਕਰਦਾ ਹੈ ਤਾਂ ਪਹਿਲਾਂ ਉਹਦੀ ਵਿਉਂਤਬੰਦੀ ਤਾਂ ਆਪਣੇ ਮਨ ਵਿੱਚ ਹੀ ਬਣਾਉਂਦਾ ਹੈ ਨਾ, ਫਿਰ ਉਹ ਸਰੀਰ ਰਾਹੀਂ ਸੰਸਾਰ ਵਿੱਚ ਉਹ ਕਾਰਜ ਕਰਦਾ ਹੈ। ਕੋਈ ਚੰਗਾ ਕਰਮ ਕਰਦਾ ਹੈ ਤਾਂ ਮਨ ਦੇ ਵਿੱਚ ਪਹਿਲਾਂ ਉਹਦੀ ਵਿਉਂਤ ਬਣਾਉਂਦਾ ਹੈ, ਫਿਰ ਇੱਕ ਦਿਨ ਉਹ ਸਰੀਰ ਦੇ ਰਾਹੀਂ ਵੀ ਕਰਦਾ ਹੈ।
ਸੋ ਅੱਜ ਇਹੀ ਆਪਾਂ ਵਿਚਾਰ ਪੱਲੇ ਬੰਨਣੀ ਹੈ ਕਿ ਸਤਿਗੁਰਾਂ ਨੇ ਕਰਮਾਂ ਤੇ ਜ਼ੋਰ ਦਿੱਤਾ ਹੈ। ਆਓ ਆਪਾਂ ਇੱਕ ਰਚਨਾ ਸਾਰੇ ਰਲ ਕੇ ਉਚਾਰਨ ਕਰੀਏ, ਫਿਰ ਆਪਾਂ ਆਨੰਦ ਸਾਹਿਬ ਜੀ ਦਾ ਜਾਪ ਕਰਾਂਗੇ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਿ ਇਹ ਸਤਿਗੁਰ ਰਵਿਦਾਸ ਮਹਾਰਾਜ ਜੀ ਹੈ, ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੋ। ਨਾ ਹੀ ਤੇ ਸਾਡੇ ਕਰਮ ਇਤਨੇ ਚੰਗੇ ਨੇ ਕਿ ਅਸੀਂ ਤੇਰੇ ਦਰ ਤੇ ਪ੍ਰਵਾਨ ਹੋ ਜਾਈਏ, ਤੇ ਨਾ ਹੀ ਸਾਡੀ ਇਤਨੀ ਸੇਵਾ ਹੈ ਸਰੀਰਕ ਤੌਰ ਤੇ ਕਿ ਤੈਨੂੰ ਅਸੀਂ ਭਾ ਜਾਈਏ। ਪਰ ਜਿੰਨੀ ਕੁ ਵੀ ਸੇਵਾ ਹੈ ਬਸ ਇਹਨੂੰ ਪ੍ਰਵਾਨ ਕਰ ਲਓ, ਇਹਨੂੰ ਲੇਖੇ ਵਿੱਚ ਲਾ ਲਓ। ਆਓ मेरी सेवा थोरी लेखे बिच लाए लियो, मेरी सेवा थोरी लेखे बिच लाए लियो, मेरी सेवा थोरी लेखे मेरी सेवा थोरी लेखे बिच लाए लियो, जप लो सेवा थोरी लेखे बिच लाए लियो, लेखे बिच लाए लियो, लेखे बिच लाए लियो, सेवा थोरी लेखे बिच लाए लियो, मेरी सेवा थोरी लेखे बिच लाए लियो, मेरी सेवा थोरी लेखे बिच लाए लियो, सेवा थोरी मांगन बाता, सेवा थोरी मांगन बाता, सेवा थोरी मांगन बाता, सेवा थोरी मांगन बाता, लेखे बिच लेखे बिच लाए लियो, लेखे बिच लाए लियो, लेखे बिच लाए लियो, सेवा थोरी लेखे बिच लाए लियो, मेरी सेवा ਲਵਾਓ ਹਾਜ਼ਰੀ ਗੁਰੂ ਪਿਆਰੇ। ਇੱਕ ਵਾਰ ਦਾਸ ਬੋਲਣਗੇ, ਫਿਰ ਸਾਰੀ ਸੰਗਤ ਨੇ ਇੱਕ ਰਸ ਹੋ ਕੇ, ਕੋਈ ਰਸਨਾ ਵਾਂਝੀ ਨਾ ਰਹਿ। सेवा थोरी लेखे बिच लाए लियो, मेरी सेवा थोरी थोड़ा जा खुल के गुरु प्यारे हो, थोड़ा जा होर प्यार दे नाल। मेरी सेवा थोरी लेखे बिच लाए लियो, मेरी सेवा
सेवा थोरी लेखे बिच लाए लियो जप लो सेवा। सेवा करत होए नह कामी, सेवा करत होए नह कामी, तिसको होत प्रापत स्वामी, तिसको होत प्रापत स्वामी। सेवा करत होए नह कामी, सेवा करत होए नह कामी, तिसको होत प्रापत स्वामी, तिसको होत प्रापत स्वामी। लेखे बिच लाए लियो, लेखे बिच लाए लियो, लेखे बिच लाए लियो, लेखे बिच लाए लियो। सेवा थोरी है लेखे बिच लाए लियो, मेरी सेवा थोरी है लेखे बिच लाए लियो। गुरु की टहल गुरु की सेवा, गुरु की टहल गुरु की सेवा, गुरु की टहल गुरु की सेवा, गुरु की टहल गुरु की सेवा। गुरु की आज्ञा आज्ञा पाणी, गुरु की आज्ञा आज्ञा पाणी। कहो नानक जिन जमते काढ़े, कहो नानक जिन जमते काढ़े, तिस गुर कै कुर्बानी, तिस गुर कै कुर्बानी। लेखे बिच लाए लियो, लेखे बिच लाए लियो, लेखे बिच लाए लियो, लेखे बिच लाए लियो। सेवा थोरी लेखे बिच लाए लियो, मेरी सेवा थोरी लेखे बिच लाए लियो, मेरी सेवा थोरी लेखे बिच लाए लियो। जप लो सेवा लेखे बिच लाए लियो, लेखे बिच लाए लियो, लेखे बिच लाए लियो, लेखे बिच लाए लियो, लेखे बिच लाए लियो। सेवा थोरी
ਲਵਾਓ ਹਾਜ਼ਰੀ। ਮੇਰੀ ਸੇਵਾ ਥੋਰੀ ਏ, ਲੇਖੇ ਵਿੱਚ ਲਾਏ ਲਿਓ ਮੇਰੀ। मेरी सेवा थोरी लेखे बिच लाए लियो मेरी सेवा, लेखे बिच लाए लियो। सेवा करत होए नहकामी, तिसको होत प्राप्त सुआमी। इनसान सेवा करदा है ते सेवा दे पिछे कोई कामना ना होवे, कोई मंग ना होवे। ਇਹੋ ਜਿਹੀ ਸੇਵਾ ਪ੍ਰਵਾਨ ਹੁੰਦੀ ਹੈ ਤੇ ਇਹੋ ਜਿਹੀ ਜੋ ਸੇਵਾ ਕਰਦਾ ਹੈ ਨਾ, ਜਿਹਦੀ ਕੋਈ ਕਾਮਨਾ ਨਹੀਂ ਹੁੰਦੀ, ਤਾਂ ਉਹਨੂੰ ਬੜੀ ਅਨਮੋਲ ਦਾਤ ਮਿਲਦੀ ਹੈ। ਕਿਹੜੀ? ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਫਿਰ ਸੁਆਮੀ ਆਪ ਮਿਲਦਾ ਹੈ। ਸਾਰੀਆਂ ਦਾਤਾਂ ਦਾ ਜੋ ਖਜ਼ਾਨਾ ਹੈ, ਸਾਰੇ ਸੁੱਖਾਂ ਦਾ ਜੋ ਖਜ਼ਾਨਾ ਹੈ, ਉਹ ਫਿਰ ਉਹਦੀ ਝੋਲੀ ਪੈ ਜਾਂਦਾ ਹੈ। ਸੁਆਮੀ ਆਪ ਉਹਦੇ ਹਿਰਦੇ ਘਰ ਵਿੱਚ ਆ ਕੇ ਵਿਰਾਜਮਾਨ ਹੋ ਜਾਂਦੇ ਨੇ। ਜਿਹੜਾ ਸੇਵਾ ਕਰਦਾ ਕਿਸੇ ਇੱਛਾ ਦੀ, ਕਿਸੇ ਕਾਮਨਾ ਦੀ ਮੰਗ ਨਹੀਂ ਕਰਦਾ। ਪਰ ਬੜਾ ਮੁਸ਼ਕਲ ਹੈ। ਅਸੀਂ ਤਾਂ ਸੇਵਾ ਜੇ ਕਰਦੇ ਹਾਂ ਤਾਂ ਸੇਵਾ ਕਰਨ ਤੋਂ ਪਹਿਲਾਂ ਹੀ ਅਸੀਂ ਕੋਈ ਸੁਖਣਾ ਆਪਣੇ ਮਨ ਵਿੱਚ ਲੈ ਕੇ ਬੈਠੇ ਹੁੰਦੇ ਹਾਂ। ਮੈਂ ਅਕਸਰ ਕਹਿੰਦਾ ਹੁੰਦਾ ਕਿ ਇਹੋ ਜਿਹੀ ਜੋ ਸੇਵਾ ਕਰਦੇ ਨੇ, ਉਹਨਾਂ ਦਾ ਜੇਕਰ ਸੁਖਣਾ ਪੂਰੀ ਹੋ ਗਈ ਤਾਂ ਵੀ ਗੁਰੂ ਦੇ ਨਾਲ ਸੰਬੰਧ ਟੁੱਟ ਜਾਏਗਾ, ਜੇਕਰ ਨਾ ਹੋਈ ਫਿਰ ਤੇ ਟੁੱਟਣਾ ਹੀ ਟੁੱਟਣਾ ਹੈ। ਕਿਉਂਕਿ ਆਪਾਂ ਜਦੋਂ ਕਿਸੇ ਕਾਮਨਾ ਨੂੰ ਰੱਖ ਕੇ ਸੇਵਾ ਕਰਦੇ ਹਾਂ, ਜੇਕਰ ਕਾਮਨਾ ਨਾ ਪੂਰੀ ਹੋਈ ਤਾਂ ਵੈਸੇ ਹੀ ਸੰਬੰਧ ਟੁੱਟ ਜਾਂਦਾ ਹੈ। ਬੰਦਾ ਫਿਰ ਕੋਈ ਹੋਰ ਦਰ ਲੱਭਦਾ ਹੈ ਕਿ ਸ਼ਾਇਦ ਇੱਥੋਂ ਮੇਰੀ ਗੱਲ ਬਣ ਜਾਏ। ਜੇਕਰ ਪੂਰੀ ਹੋ ਜਾਏ ਫਿਰ ਵੈਸੇ ਬੰਦਾ, ਲੋ ਹੁਣ ਮੈਂ ਜਿੰਨਾ ਚਿਰ ਸੇਵਾ ਕਰਨੀ ਸੀ ਕਰ ਦਿੱਤੀ, ਹੁਣ ਮੇਰਾ ਕੰਮ ਹੋ ਗਿਆ ਹੈ, ਫਿਰ ਵੈਸੇ ਸੰਬੰਧ ਤੋੜ ਲੈਂਦਾ ਹੈ। ਇਸ ਲਈ ਸਤਿਗੁਰ ਆਖਦੇ ਨੇ ਕਿ ਸੇਵਾ ਕਰਤ ਹੋਏ ਨਹਿਕਾਮੀ। ਕੀ ਗੱਲ? ਜਿਹੜਾ ਦੇਖੋ ਜਿੱਦਾਂ ਮਾਂ ਬਾਪ ਨੇ, ਉਹ ਬੜੇ ਮਾਂ ਬਾਪ ਭੋਲੇ ਹੋਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਬੱਚੇ ਦੀ ਕੀ ਲੋੜ ਹੈ। ਮਾਂ ਬਾਪ ਨੂੰ ਸਾਰਾ ਪਤਾ ਹੁੰਦਾ ਹੈ ਕਿ ਮੇਰੇ ਬੱਚੇ ਨੂੰ ਕੀ ਚਾਹੀਦਾ ਹੈ, ਮੇਰੇ ਪੁੱਤ ਨੂੰ, ਮੇਰੀ ਧੀ ਨੂੰ ਹੁਣ ਕੀ ਚਾਹੀਦਾ ਹੈ, ਕਿਸ ਚੀਜ਼ ਦੀ ਲੋੜ ਹੈ। ਹਰ ਇੱਕ ਚੀਜ਼ ਦਾ ਮਾਂ ਬਾਪ ਨੂੰ ਪਤਾ ਹੁੰਦਾ। ਤੇ ਉਹ ਪਰਿਪੂਰਨ ਪਰਮਾਤਮਾ ਵੀ ਸਭ ਦਾ ਮਾਈ ਬਾਪ ਹੈ। ਕੀ ਗੱਲ? ਉਹਨੂੰ ਇਹ ਨਹੀਂ ਪਤਾ ਕਿ ਮੇਰੇ ਬੱਚੇ ਦੀ ਇਸ ਵੇਲੇ ਕੀ ਲੋੜ ਹੈ। ਹਰ ਇੱਕ ਪਤਾ ਹੈ, ਪਰ ਅਸੀਂ ਆਪਣੀ ਕਾਮਨਾ ਅੱਗੇ ਰੱਖਦੇ ਹਾਂ। ਉਹ ਸ਼ਾਇਦ ਬਹੁਤ ਜ਼ਿਆਦਾ ਲੈ ਕੇ ਬੈਠਾ ਹੋਵੇ, ਅਸੀਂ ਛੋਟੀ ਮੰਗ ਕਰ ਲੈਂਦੇ ਹਾਂ। ਇਸ ਲਈ ਹਮੇਸ਼ਾ ਹੀ ਸ਼ੁਕਰਾਨੇ ਵਿੱਚ ਰਹੋ। ਜੋ ਤੂੰ ਦਿੱਤਾ ਹੈ ਤੇਰਾ ਸ਼ੁਕਰਾਨਾ, ਜੋ ਤੂੰ ਦਿੱਤਾ ਹੈ ਤੇਰਾ ਸ਼ੁਕਰਾਨਾ, ਜੋ ਨਹੀਂ ਵੀ ਦਿੱਤਾ ਉਹਦੇ ਲਈ ਵੀ ਤੇਰਾ ਸ਼ੁਕਰਾਨਾ। ਸ਼ਾਇਦ ਮੇਰੀ ਉਨੀ ਪਾਤਰਤਾ ਨਹੀਂ ਸੀ, ਸ਼ਾਇਦ ਮੈਂ ਉਹਦੇ ਕਾਬਲ ਨਹੀਂ ਸੀ ਜੋ ਮੈਨੂੰ ਨਹੀਂ ਮਿਲਿਆ। ਸੋ ਅੱਜ ਕਥਾ ਕੀਰਤਨ ਵਿੱਚ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਬੜੇ ਪਿਆਰ ਦੇ ਨਾਲ ਸੰਗਤ ਨੇ ਬੈਠ ਕੇ ਸੁਣਿਆ, ਇਕਾਗਰਤਾ ਦੇ ਨਾਲ ਸੁਣਿਆ। ਜਿੰਨੀ ਇੱਕ ਸੰਗਤ ਬੈਠੀ ਸੀ ਆਰੰਭ ਦੇ ਵਿੱਚ, ਉਨੀ ਕਿ ਹੁਣ ਵੀ ਬੈਠੀ ਹੈ। ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਸੰਗਤ ਜੁੜ ਕੇ ਬੈਠੇ। ਸੋ ਇਹ ਸਾਰਾ ਪ੍ਰੋਗਰਾਮ ਤੁਸੀਂ ਇੱਕ ਦੋ ਦਿਨਾਂ ਵਿੱਚ ਮੇਰੇ YouTube ਚੈਨਲ 'ਤੇ ਵੀ ਦੇਖ ਸਕਦੇ ਹੋ। ਤੁਸੀਂ YouTube 'ਤੇ ਜਾ ਕੇ SS ਪ੍ਰੋਡਕਸ਼ਨ ਦੇ ਨਾਮ ਤੇ ਮੇਰਾ YouTube ਚੈਨਲ ਹੈ। ਭਾਈ ਸੰਦੀਪ ਸਿੰਘ ਭਰੋਗੇ, SS ਪ੍ਰੋਡਕਸ਼ਨ ਨਾਲ ਲਿਖ ਦੇਣਾ ਤਾਂ ਮੇਰਾ YouTube ਚੈਨਲ ਤੁਹਾਨੂੰ ਸ਼ੋ ਹੋ ਜਾਏਗਾ। ਤੁਸੀਂ ਸਬਸਕ੍ਰਾਈਬ ਕਰਕੇ ਉੱਥੇ ਹੋਰ ਵੀ ਬਹੁਤ ਹਰ ਇੱਕ ਸਤਸੰਗ ਦੀ ਵੀਡੀਓ ਮੈਂ ਪਾ ਦਿੰਦਾ ਹੁੰਦਾ, ਉਹ ਤੁਸੀਂ ਉੱਥੋਂ ਵੀ ਸਰਵਣ ਕਰ ਸਕਦੇ ਹੋ। ਸੋ ਆਓ ਕਥਾ ਕੀਰਤਨ ਕਰਦੇ ਹਾਂ। ਕਈ ਲਫ਼ਜ਼ ਗਲਤ ਬੋਲ ਹੋ ਜਾਂਦੇ ਨੇ, ਸੋ ਬੱਚੇ ਸਮਝ ਕੇ ਮਾफ़ ਕਰਨਾ। ਸਤਿਗੁਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ, ਬੇਨਤੀ ਕਰਨੀ ਕਿ ਸਾਨੂੰ ਕਥਾ ਕੀਰਤਨ ਕਰਨ ਦੀ ਸਮੱਤ ਆਵੇ, ਬਲ ਬਖਸ਼ੇ।